ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਨੈਕਸਟ ਕੰਸੈਪਟ ਕਰਾਂਗੇ ਇਕਨੋਮਿਕਸ ਦਾ ਪਬਲਿਕ ਡਿਬੇਟ। ਪਬਲਿਕ ਡਿਬੇਟ ਮਤਲਬ ਸਾਰਵਜਨਕ ਕਰਜ਼ਾ। ਪਬਲਿਕ ਡਿਬੇਟ ਅਰਾਈਜ਼ ਡਿਊ ਟੂ ਦਾ ਬੋਰੋਇੰਗ ਬਾਈ ਦਾ ਗਵਰਨਮੈਂਟ। ਹੁਣ ਪਬਲਿਕ ਡਿਬੇਟ ਕਦੋਂ ਬਣਦਾ ਹੈ? ਜਦੋਂ ਸਰਕਾਰ ਦੁਆਰਾ ਬੋਰੋ ਕੀਤਾ ਜਾਂਦਾ ਹੈ, ਸਰਕਾਰ ਦੁਆਰਾ ਉਧਾਰ ਲਿਆ ਜਾਂਦਾ ਹੈ। ਉਧਾਰ ਕਦੋਂ ਲਿਆ ਜਾਊਗਾ? ਜਦੋਂ ਇਨਕਮ ਹੈ ਜਿਹੜੀ ਘੱਟ ਹੋਊਗੀ ਅਤੇ ਐਕਸਪੈਂਡੀਚਰ ਵੱਧ ਜੂਗਾ, ਖਰਚਾ ਜ਼ਿਆਦਾ ਹੋਊਗਾ, ਤਾਂ ਉਸ ਚੀਜ਼ ਨੂੰ ਬੈਲੈਂਸ ਕਰਨ ਦੇ ਵਾਸਤੇ ਉਸ ਜੋ ਡੈਫੀਸਿਟ ਕ੍ਰੀਏਟ ਹੋਇਆ ਹੈ ਉਸ ਨੂੰ ਜਿਹੜਾ ਹੈਗਾ ਬੈਲੈਂਸ ਕਰਨ ਦੇ ਵਾਸਤੇ ਗਵਰਨਮੈਂਟ ਕੀ ਕਰਦੀ ਹੈ? ਬੋਰੋ ਕਰਦੀ ਹੈ, ਉਧਾਰ ਲੈਂਦੀ ਹੈ। ਕਿੱਥੋਂ? ਬੈਂਕਸ ਤੋਂ, ਬਿਜ਼ਨਸ ਇੰਸਟੀਟਿਊਸ਼ਨ ਤੋਂ, ਔਰਗਨਾਈਜੇਸ਼ਨਸ ਤੋਂ, ਬਿਜ਼ਨਸ ਹਾਊਸਸ ਤੋਂ, ਇਹਨਾਂ ਸਾਰਿਆਂ ਤੋਂ ਪਬਲਿਕ ਹੈ ਜਿਹੜੀ ਉਹ ਉਧਾਰ ਲੈਂਦੀ ਹੈ। The borrowing of the government may be within the country or from outside the country or both। ਹੁਣ ਬੋਰੋ ਆ ਜਿਹੜਾ ਸਰਕਾਰ ਦਾ ਉਹ ਕਿੱਥੋਂ ਹੋ ਸਕਦਾ? ਇੰਟਰਨਲ ਵੀ ਹੋ ਸਕਦਾ ਅਤੇ ਐਕਸਟਰਨਲ ਵੀ। ਵਿਦਇਨ ਦਾ ਕੰਟਰੀ ਮਤਲਬ ਇੰਟਰਨਲ ਦੇਸ਼ ਦੇ ਵਿੱਚੋਂ ਵੀ ਉਧਾਰ ਚੱਕ ਸਕਦੀ ਹੈ, ਮਤਲਬ RBI ਤੋਂ, ਕਿਸੇ ਬੈਂਕਾਂ ਤੋਂ, ਹੈ ਨਾ। ਅਤੇ ਐਕਸਟਰਨਲ ਆਊਟਸਾਈਡ ਦਾ ਕੰਟਰੀ ਤੋਂ ਬਾਹਰੋਂ ਫੋਰਨਰ ਜਿਹੜੇ ਹੈਗੇ ਆ, ਇੰਟਰਨੈਸ਼ਨਲ ਜੋ ਮਾਰਕੀਟ ਹੈ ਉੱਥੋਂ ਵੀ ਪੈਸਾ ਚੱਕ ਸਕਦੀ ਹੈ, ਠੀਕ ਹੈ। ਤਾਂ ਉਸ ਨੂੰ ਜਿਹੜਾ ਹੈਗਾ ਐਕਸਟਰਨਲ ਕਿਹਾ ਜਾਂਦਾ ਹੈ। ਥਸ ਪਬਲਿਕ ਡਿਬੇਟ ਇਜ਼ ਅ ਡਿਬੇਟ ਵਿਚ ਅ ਸਟੇਟ ਓਨ ਟੂ ਇਟਸ ਸਬਜੈਕਟ ਔਰ ਟੂ ਦਾ ਨੈਸ਼ਨਲ ਔਰ ਅਦਰ ਕੰਟਰੀਜ਼। ਪਬਲਿਕ ਡਿਬੇਟ ਹੈ ਜਿਹੜਾ, ਇਸ ਨੂੰ ਵੈਸੇ ਆਪਾਂ ਕਹਿੰਦੇ ਵੀ ਉਧਾਰ ਲੈਣਾ ਠੀਕ ਨਹੀਂ ਹੈਗਾ, ਆਪਾਂ ਨਹੀਂ ਠੀਕ ਮੰਨਦੇ। ਜੋ ਆਪਣਾ ਇਕਨੋਮਿਕਸ ਦੇ ਫਾਦਰ ਜਿਹਨੂੰ ਮੰਨਿਆ ਜਾਂਦਾ ਹੈ ਨਾ, ਐਡਮ ਸਮਿਥ, ਉਹਨਾਂ ਨੇ ਵੀ ਇਹਨੂੰ ਕੰਡੈਮ ਕੀਤਾ ਸੀ ਕਿ ਪਬਲਿਕ ਡਿਬੇਟ ਹੈ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਬਟ ਜਦੋਂ ਗ੍ਰੇਟ ਡਿਪਰੈਸ਼ਨ ਹੋਇਆ ਸੀ ਅਮਰੀਕਾ ਦੇ ਵਿੱਚ 1929 ਦੇ ਵਿੱਚ, ਤਾਂ ਉਦੋਂ ਜਿਹੜੇ ਹੈਗੇ ਆ ਜੋ ਅਰਥ ਸ਼ਾਸਤਰੀ ਸੀ ਉਹਨਾਂ ਦੀ ਥਿੰਕਿੰਗ ਦੇ ਵਿੱਚ ਕਾਫੀ ਜ਼ਿਆਦਾ ਚੇਂਜ ਆਇਆ ਸੀ, ਕਿਉਂਕਿ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਫਿਰ ਇਹਨਾਂ ਨੇ ਵੀ ਬੋਰੋ ਕੀਤਾ ਸੀ। ਆਫਟਰ ਸੈਕਿੰਡ ਵਰਲਡ ਵਾਰ ਤੋਂ ਬਾਅਦ ਜੋ ਵੀ ਨੁਕਸਾਨ ਹੋਇਆ ਸੀ, ਜਿਹੜੇ ਦੇਸ਼ ਸੈਕਿੰਡ ਵਰਲਡ ਵਾਰ ਦੇ ਵਿੱਚ ਸੀਗੇ, ਲੜੇ ਸੀ ਜਿਹੜੇ, ਉਹਨਾਂ ਦਾ ਜਿੰਨਾ ਜ਼ਿਆਦਾ ਨੁਕਸਾਨ ਹੋਇਆ ਸੀ ਉਹ ਸਾਰੀ ਚੀਜ਼ ਨੂੰ ਉਹਨਾਂ ਨੇ ਪੂਰਾ ਕਰਨ ਦੇ ਵਾਸਤੇ ਉਹਨਾਂ ਨੇ ਵੀ ਉਧਾਰ ਲਏ ਸੀ, ਬੋਰੋ ਕੀਤਾ ਸੀ। ਸੋ ਤਾਂ ਕਰਕੇ ਪਬਲਿਕ ਬੋਰੋਇੰਗ ਕੇਮ ਟੂ ਆਕੂਪਾਈ ਆ ਪ੍ਰੋਮੀਨੈਂਟ ਪਲੇਸ ਇਨ ਦਾ ਬਜਟ ਆਫ ਗਵਰਨਮੈਂਟ। ਸੈਕਿੰਡ ਵਰਲਡ ਵਾਰ ਤੋਂ ਬਾਅਦ ਪਬਲਿਕ ਬੋਰੋਇੰਗ ਨੇ ਪ੍ਰੋਮੀਨੈਂਟ ਪਲੇਸ ਪ੍ਰਾਪਤ ਕਰ ਲਈ ਸੀਗੀ ਗਵਰਨਮੈਂਟ ਦੇ ਬਜਟ ਦੇ ਵਿੱਚ। ਹੁਣ ਜਿਸ ਤਰ੍ਹਾਂ ਦੇ ਨਾਲ ਮੰਨ ਲਓ ਵੀ ਜੇ ਕਿਸੇ ਨੂੰ ਵੀ ਕੋਈ ਜਿਹੜਾ ਹੈਗਾ ਆਪਾਂ ਉਧਾਰ ਲੈਣਾ ਹੈ, ਆਪਾਂ ਕਿੱਥੋਂ ਲਵਾਂਗੇ? ਆਪਣੀ ਫੈਮਿਲੀ ਤੋਂ ਪੁੱਛ ਲਵਾਂਗੇ, ਜਾਂ ਜੋ ਆਪਣੇ ਆਸੇ ਪਾਸੇ ਲੋਕ ਹੈ ਨਾ ਉੱਥੋਂ ਪੁੱਛ ਲਾਂਗੇ, ਫਰੈਂਡ ਸਰਕਲ 'ਚੋਂ, ਜਾਂ ਫਿਰ ਆਪਾਂ ਬੈਂਕ ਕੋਲ ਚਲੇ ਜਾਵਾਂਗੇ। ਤਾਂ ਉਹ ਕੀ ਹੋ ਗਿਆ? ਉਹ ਇੰਟਰਨਲ ਹੋ ਗਿਆ, ਠੀਕ ਹੈ। ਅਤੇ ਜੇਕਰ ਆਪਾਂ ਉਹੀ ਪੈਸਾ ਲੈਣ ਵਾਸਤੇ ਇੰਟਰਨੈਸ਼ਨਲ ਮਾਰਕੀਟ 'ਚ ਜਾਂਦੇ ਹਾਂ, ਬਾਹਰ ਜਾਂਦੇ ਹਾਂ, ਆਪਦੇ ਦੇਸ਼ ਤੋਂ ਬਾਹਰ ਕਿਸੇ ਤੋਂ ਬੋਰੋ ਲੈਂਦੇ ਹਾਂ, ਤਾਂ ਉਹ ਇੰਟਰਨੈਸ਼ਨਲ ਮਾਰਕੀਟ ਹੈ, ਉਹਨੂੰ ਐਕਸਟਰਨਲ ਡਿਬੇਟ ਕਿਹਾ ਜਾਂਦਾ ਹੈ। ਇੰਟਰਨਲ ਦੇ ਵਿੱਚ RBI ਆ ਜਿਹਦਾ ਸੈਂਟਰਲ ਬੈਂਕ ਆਫ ਇੰਡੀਆ, ਜਿਹਦੇ ਤੋਂ ਕਿ ਜ਼ਿਆਦਾਤਰ ਜਿਹੜਾ ਹੈਗਾ ਵੀ ਆਪਾਂ ਜੋ ਬੋਰੋ ਕਰਨਾ ਹੁੰਦਾ ਹੈ। ਡੋਮੈਸਟਿਕ ਮਾਰਕੀਟ ਜੋ ਆਪਣੀ ਘਰੇਲੂ ਮਾਰਕੀਟ ਹੈ, ਜਿਵੇਂ ਕਿ ਉੱਥੋਂ ਲੋਕ ਪੈਸਾ ਚੱਕਦੇ ਆ, ਉਹ ਹੋ ਗਿਆ, ਠੀਕ ਹੈ। ਅਤੇ ਐਕਸਟਰਨਲ ਦੇ ਵਿੱਚ ਫੋਰਨ ਬੈਂਕਸ ਜਾਂ ਫੋਰਨਲ ਇੰਟਰਨੈਸ਼ਨਲ ਮਾਰਕੀਟ ਹੋ ਗਈ ਅਤੇ ਇੰਸਟੀਟਿਊਸ਼ਨਸ ਹੋ ਗਏ, ਠੀਕ ਹੈ। ਤਾਂ ਇੰਟਰਨਲ ਦੇ ਵਿੱਚ ਕੀ ਹੁੰਦਾ ਹੈ? ਇੰਟਰਨਲ ਜੋ ਡਿਬੇਟ ਹੈ ਰੈਫਰ ਟੂ ਪਬਲਿਕ ਲੋਨ ਫਲੋਟਡ ਵਿਦਇਨ ਦਾ ਕੰਟਰੀ ਇੰਟਰਨਲੀ, ਜਿਹਦੇ ਵਿੱਚ ਲੋਨ ਹੈ ਜਿਹੜੇ ਕਿੱਥੋਂ ਲਿਆ ਜਾਂਦਾ ਹੈ? ਵਿਦਇਨ ਦਾ ਕੰਟਰੀ ਦੇ ਵਿੱਚੋਂ ਹੀ ਲਿਆ ਜਾਂਦਾ ਹੈ। ਜਿਵੇਂ ਦਾ ਗਵਰਨਮੈਂਟ ਬੋਰੋ ਫਰੋਮ ਇਟਸ ਸਿਟੀਜ਼ਨਸ, ਕਮਰਸ਼ੀਅਲ ਬੈਂਕਸ, ਅਦਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਜਾਂ ਇਨ ਦਾ ਮਨੀ ਮਾਰਕੀਟ ਫਰੋਮ ਦਾ ਸੈਂਟਰਲ ਬੈਂਕ। ਇਹਨਾਂ ਸਾਰਿਆਂ ਤੋਂ ਜਦੋਂ ਜਿਹੜਾ ਹੈਗਾ ਦੇਸ਼ ਦੇ ਅੰਦਰੋਂ ਹੀ ਜਦੋਂ ਬੋਰੋ ਕੀਤਾ ਜਾਂਦਾ ਹੈ, ਉਧਾਰ ਲਿਆ ਜਾਂਦਾ, ਤਾਂ ਉਸ ਨੂੰ ਅਸੀਂ ਇੰਟਰਨਲ ਜੋ ਡਿਬੇਟ ਹੈ ਉਹ ਕਹਿੰਦੇ ਹਾਂ, ਠੀਕ ਹੈ। ਅੱਗੇ ਆ ਗਿਆ ਐਕਸਟਰਨਲ ਡਿਬੇਟ ਰੈਫਰ ਟੂ ਬੋਰੋਇੰਗ ਫਰੋਮ ਐਕਸਟਰਨਲ ਸੋਰਸਸ, ਐਕਸਟਰਨਲ ਦੇਸ਼ ਤੋਂ ਬਾਹਰ ਵਾਲੇ, ਆਊਟਸਾਈਡ ਦਾ ਕੰਟਰੀ, ਫਰੋਮ ਇੰਡੀਵਿਜੂਅਲ ਬੈਂਕਸ ਆਫ ਫੋਰਨ ਕੰਟਰੀਜ਼, ਫੋਰਨ ਗਵਰਨਮੈਂਟ ਹੋ ਗਈ, ਠੀਕ ਹੈ। ਉਸ ਤੋਂ ਬਾਅਦ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ, ਉਹਨਾਂ ਤੋਂ ਵੀ, ਬਾਹਰਲੇ ਦੇਸ਼ਾਂ ਤੋਂ, ਬਾਹਰਲੀ ਸਰਕਾਰ ਤੋਂ, ਇੰਟਰਨੈਸ਼ਨਲ ਜੋ ਇੰਸਟੀਟਿਊਸ਼ਨਸ ਆ, ਅੰਤਰਰਾਸ਼ਟਰੀ ਸੰਸਥਾਵਾਂ, ਉਹਨਾਂ ਤੋਂ ਜਦੋਂ ਜਿਹੜਾ ਹੈਗਾ ਉਧਾਰ ਲਿਆ ਜਾਂਦਾ ਹੈ ਡੈਫੀਸਿਟ ਨੂੰ ਸਹੀ ਕਰਨ ਦੇ ਵਾਸਤੇ, ਤਾਂ ਉਸ ਨੂੰ ਅਸੀਂ ਐਕਸਟਰਨਲ ਡਿਬੇਟ ਕਹਿ ਦਿੰਦੇ ਹਾਂ। ਅੱਗੇ ਆ ਗਿਆ ਕਲਾਸੀਫਿਕੇਸ਼ਨ ਆਫ ਡਿਬੇਟ। ਇਹ ਵੈਸੇ ਜਿਹੜਾ ਹੈਗਾ ਵੀ ਤੁਹਾਨੂੰ ਨਹੀਂ ਹੈਗਾ, ਬਟ ਫਿਰ ਵੀ ਮੈਂ ਐਜ਼ ਏ ਨੌਲੇਜ ਮੈਂ ਤੁਹਾਨੂੰ ਦੱਸ ਦੇਵਾਂ।
ਇੱਕ ਤਾਂ ਹੁੰਦਾ ਹੈ ਰੀਪਰੋਡਕਟਿਵ ਡਿਬੇਟ ਤੇ ਇੱਕ ਹੁੰਦਾ ਅਨਰੀਪਰੋਡਕਟਿਵ ਡਿਬੇਟ। ਇਹਦੀਆਂ ਦੋ ਕਿਸਮਾਂ ਹੁੰਦੀਆਂ। ਰੀਪਰੋਡਕਟਿਵ ਡਿਬੇਟ ਇਹ ਡਿਬੇਟ ਵਿਚ ਇਜ਼ ਫੁੱਲੀ ਬੈਲੈਂਸਡ ਬਾਈ ਪੋਜੈਸ਼ਨ ਆਫ ਅਸੈਸਡ ਆਫ ਇਕੁਅਲ ਵੈਲਿਊ। ਮੰਨ ਲਓ ਜਿਸ ਤਰ੍ਹਾਂ ਦੇ ਨਾਲ ਤੁਸੀਂ ਡਿਬੇਟ ਲਿਆ, ਉਧਾਰ ਲੈ ਲਿਆ, ਉਹਨੂੰ ਤੁਸੀਂ ਕਿੱਥੇ ਲਾਤਾ, ਉਹਨੂੰ ਤੁਸੀਂ ਉਹਦਾ ਕੋਈ ਰੋਡ ਬਣਾਤਾ, ਰੋਡ 'ਤੇ ਜਿਹੜਾ ਹੈਗਾ ਏ ਢੋਲ ਬਣ ਗਿਆ। ਉਸ ਤੋਂ ਬਾਅਦ ਫਿਰ ਉੱਥੋਂ ਆਪਾਂ ਨੂੰ ਕੀ ਹੁੰਦੀ ਆ ਵੀ ਉਹ ਜਦੋਂ ਸਾਰਿਆਂ ਤੋਂ ਪਰਚੀ ਕਟਾਉਂਦੇ ਆ ਤਾਂ ਸਾਰਿਆਂ ਤੋਂ ਇਨਕਮ ਲੈਂਦੇ ਆ ਉਹ, ਠੀਕ ਹੈ। ਉਹਨਾਂ ਸਾਰਿਆਂ ਤੋਂ ਜਿਹੜਾ ਹੈਗਾ ਉਹਨਾਂ ਨੇ ਵੀ ਟੋਲ ਪਲਾਜ਼ਾ ਲੈਣਾ ਹੁੰਦਾ ਹੈ, ਤਾਂ ਉਸ ਤੋਂ ਆਪਣੀ ਜਿਹੜੀ ਹੈਗੀ ਆ ਇਨਕਮ ਹੁੰਦੀ ਆ, ਠੀਕ ਹੈ। ਤਾਂ ਉਹ ਇਨਕਮ ਜਿਹੜੀ ਹੁੰਦੀ ਆ ਉਹਨੂੰ ਤਾਂ ਪ੍ਰੋਡਕਟਿਵ ਡਿਬੇਟ ਕਹਿੰਦੇ ਆ। ਮਤਲਬ ਕਿ ਇਹ ਡਿਬੇਟ ਵਿੱਚ ਇਜ਼ ਫੁੱਲੀ ਬੈਲੈਂਸਡ ਬਾਈ ਪੋਜੈਸ਼ਨ ਆਫ ਅਸੈਸਡ, ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹਦੀ ਇਕੁਅਲ ਵੈਲਿਊ ਪੈ ਜਾਂਦੀ ਆ, ਉਹਦੀ ਜਿਹੜੀ ਹੈਗੀ ਇਨਕਮ ਆਉਂਦੀ ਆ। ਅਨਰੀਪਰੋਡਕਟਿਵ ਡਿਬੇਟ ਹੈ ਜਿਹੜੇ ਇਨਕਰਡ ਫੋਰ ਸੱਚ ਟਾਸਕ ਵਿਚ ਡੂ ਨਾਟ ਯੀਲਡ ਐਨੀ ਇਨਕਮ, ਜਿਹਦੇ ਵਿੱਚ ਸਾਨੂੰ ਕੋਈ ਇਨਕਮ ਨਹੀਂ ਹੁੰਦੀ। ਮੰਨ ਲਓ ਕਿ ਕਿਸੇ ਆਸ਼ਰਮ ਨੂੰ ਦਿੱਤਾ ਪੈਸਾ ਆਪਾਂ ਉਧਾਰ ਚੱਕ ਕੇ, ਜਾਂ ਪੈਸਾ ਆਪਾਂ ਉਧਾਰ ਲੈ ਕੇ ਕਿਸੇ ਜਿਹੜਾ ਹੈਗਾ ਵੈਲਫੇਅਰ ਜੋ ਸਕੀਮ ਸੀ ਉਹਦੇ ਵਿੱਚ ਪਾਤਾ, ਲੋਕਾਂ ਦੀ ਭਲਾਈ ਵਾਲੀ ਸਕੀਮ ਦੇ ਵਿੱਚ ਪਾਤਾ, ਠੀਕ ਹੈ। ਅਨਾਥ ਆਸ਼ਰਮ ਨੂੰ ਦੇਤਾ, ਇਸ ਤਰ੍ਹਾਂ ਦੇ ਨਾਲ ਵੈਲਫੇਅਰ ਸਕੀਮ ਦੇ ਵਿੱਚ ਜੋ ਪਾਤਾ ਜਿਹਦੇ ਤੋਂ ਆਪਾਂ ਨੂੰ ਇਨਕਮ ਨਹੀਂ ਮਿਲਣੀ, ਤਾਂ ਉਹਨੂੰ ਅਨਰੀਪਰੋਡਕਟਿਵ ਡਿਬੇਟ ਕਹਿੰਦੇ ਆ, ਠੀਕ ਹੈ। ਤਾਂ ਇਹ ਦੋ ਕਲਾਸੀਫਿਕੇਸ਼ਨ ਡਿਬੇਟ ਦੀਆਂ ਸੀਗੀਆਂ। ਸੋ ਪਬਲਿਕ ਡਿਬੇਟ, ਜਦੋਂ ਗਵਰਨਮੈਂਟ ਦਾ ਜਿਹੜਾ ਹੈਗਾ ਏ ਖਰਚਾ ਵੱਧ ਜਾਂਦਾ ਹੈ, ਇਨਕਮ ਘੱਟ ਹੁੰਦੀ ਹੈ, ਤਾਂ ਉੱਥੇ ਡੈਫੀਸਿਟ ਕ੍ਰੀਏਟ ਹੁੰਦਾ, ਘਾਟੇ ਦੀ ਵਿਵਸਥਾ ਹੁੰਦੀ ਹੈ, ਤਾਂ ਉਸ ਨੂੰ ਪੂਰਾ ਕਰਨ ਦੇ ਵਾਸਤੇ ਗਵਰਨਮੈਂਟ ਬੋਰੋ ਕਰਦੀ ਹੈ ਇਨਸਾਈਡ ਦਾ ਕੰਟਰੀ as well as outside the country. So it is called public debate. I hope you will better understand this topic. Thank you so much.